ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਸੀ ਦੀਪ ਕੌਰ ਦੁਆਰਾ ਲਿਖੀ ਗਈ ਕਹਾਣੀ ਦਾ ਭਾਗ ਦੂਜਾ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਕਿਤੇ ਮਿਨੀ ਨੂੰ ਕੁਝ ਹੋ ਤਾਂ ਨਹੀਂ ਗਿਆ, ਕਿਤੇ ਮਿਨੀ ਨਾਲ ਕਿਸੇ ਨੇ ਕੁਝ ਗਲਤ ਤਾਂ ਨਹੀਂ ਕਰ ਦਿੱਤਾ। ਦੂਜੇ ਦਿਨ ਉਹਨਾਂ ਜਾ ਕੇ ਪੁਲਿਸ ਰਿਪੋਰਟ ਦੇ ਦਿੱਤੀ। ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ, ਪਰ ਫੋਨ ਬੰਦ ਸੀ। ਕਾਲਜੋਂ ਉਹ ਘਰ ਜਾ ਚੁੱਕੀ। ਦੂਜੇ ਦਿਨ ਮਿਨੀ ਦਾ ਫੋਨ ਆਇਆ। ਉਸਨੇ ਕਿਹਾ ਕਿ ਉਸਨੇ ਵਿਆਹ ਕਰਵਾ ਲਿਆ ਹੈ। ਇਹ ਸੁਣ ਨਿੱਕੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਿੰਨੀ ਨੇ ਇਕੱਲੇ ਘਰੋਂ ਭੱਜ ਘਰਦਿਆਂ ਤੋਂ ਬਾਹਰੀ ਹੋ ਕੇ ਉਸ ਲੜਕੇ ਨਾਲ ਵਿਆਹ ਕਰਵਾ ਲਿਆ। ਨਿੱਕੀ ਫੋਨ 'ਤੇ ਮਿੰਨੀ ਨੂੰ ਬਹੁਤ ਬੋਲੀ ਕਿ ਇਸੇ ਦਿਨ ਦੇਖਣ ਖਾਤਰ ਉਸਨੇ ਉਸਨੂੰ ਜਨਮ ਦਿੱਤਾ ਸੀ ਤੇ ਬਾਪ ਮਰੇ ਬਾਅਦ ਉਸਨੂੰ ਲੈ ਪੇਕੇ ਆ ਗਈ। ਇੰਨੇ ਦੁੱਖ ਉਸਨੇ ਉਸੇ ਖਾਤਰ ਦੇਖੇ। ਇੰਨਾ ਸੁਣ ਮਿੰਨੀ ਨੇ ਫੋਨ ਕੱਟ ਦਿੱਤਾ। ਉੱਧਰ ਨਿੱਕੀ ਦੀ ਮਾਂ, ਬਾਪੂ ਤੇ ਭੈਣ ਉਸਦੇ ਘਰ ਆਏ ਹੋਏ ਸਨ। ਇੰਨਾ ਫੋਨ ਸੁਣ ਕੇ ਹੀ ਨਿੱਕੀ ਫੁੱਟ-ਫੁੱਟ ਰੋਣ ਲੱਗੀ। ਜਦੋਂ ਮਾਂ ਨੇ ਪੁੱਛਿਆ ਤਾਂ ਬੋਲੀ ਕਿ ਉਸਦੇ ਕਰਮ ਹੀ ਫੁੱਟ ਗਏ ਹਨ। ਜਿਸ ਧੀ ਨੂੰ ਲੈ ਉਹ ਸਾਰੀ ਤੜਫੀ ਇਹੋ ਜਿਹੇ ਸ਼ਰਾਬੀ ਨਾਲ ਕੱਟੀ, ਉਹ ਉਸਨੂੰ ਅੱਜ ਜਿੰਦਾ ਮਾਰ ਕੱਲ੍ਹ ਦੇ ਪਏ ਪਿਆਰ ਨਾਲ ਭੱਜ ਗਈ ਤੇ ਆਪਣੀ ਮਾਂ ਤੋਂ ਬਿਨਾਂ ਹੀ ਵਿਆਹ ਕਰਵਾ ਲਿਆ। ਮੈਂ ਤਾਂ ਇਹਨੂੰ ਹੱਦੋਂ ਵੱਧ ਪਿਆਰ ਕੀਤਾ। ਕਿੰਨਾ ਕੀਤਾ। ਇਸ ਦਾ ਕੀ ਵਧੀਆ ਪੜ੍ਹ ਨੌਕਰੀ ਲੱਗ ਜਾਵੇ, ਪਰ ਸਾਰੀ ਜ਼ਿੰਦਗੀ ਦੀ ਮੇਰੀ ਮਿਹਨਤ ਖੂਹ ਖਾਤੇ ਪਾ ਗਈ। ਨਾਲ ਹੀ ਫੁੱਟ-ਫੁੱਟ ਰੋਈ ਜਾਵੇ ਆਪਣੇ ਕਰਮਾਂ ਨੂੰ। ਫਿਰ ਨਿੱਕੀ ਦੀ ਮਾਂ ਤੇ ਭੈਣ ਨੇ ਉਸਨੂੰ ਸਮਝਾਇਆ ਬਹੁਤ, ਪਰ ਕਿੱਥੇ। ਜਦੋਂ ਬੱਚੇ ਮਾਪਿਆਂ ਤੋਂ ਵਾਰੀ ਹੋ ਗਲਤ ਕਦਮ ਚੁੱਕ ਜਾਣ ਤਾਂ ਉਦੋਂ ਕੀ ਬੀਤਦੀ ਹੈ, ਇਹ ਸਿਰਫ ਮਾਪੇ ਹੀ ਜਾਣਦੇ ਹਨ। ਉਹੀ ਇਸ ਵਕਤ ਨਿੱਕੀ ਦੇ ਦਿਲ 'ਤੇ ਬੀਤ ਰਹੀ ਸੀ। ਉੱਧਰ ਮਿੰਨੀ ਤਾਂ 2 ਦਿਨਾਂ ਦੇ ਪਿਆਰ ਵਿੱਚ ਅੰਨੀ ਹੋ ਮਾਂ ਦਾ ਕੀਤਾ ਕਰਿਆ ਪਿਆਰ ਸਭ ਭੁੱਲ ਬੈਠੀ ਸੀ। ਮਾਂ ਰੋਜ਼ ਉਸਨੂੰ ਫੋਨ ਕਰਨ ਲੱਗੀ ਕਿ ਉਹ ਠੀਕ ਤਾਂ ਹੈ, ਅਗਰ ਗਲਤ ਕਦਮ ਚੁੱਕ ਵੀ ਲਿਆ। ਪਰ ਮਾਂ ਹਮੇਸ਼ਾ ਆਪਣੇ ਬੱਚਿਆਂ ਦਾ ਭਲਾ ਤੇ ਚਿੰਤਾ ਕਰਦੀ। ਬੱਚੇ ਹੀ ਹੁੰਦੇ ਜੋ ਮਾਂ-ਬਾਪ ਦੀ ਨਹੀਂ ਸੁਣਦੇ, ਪਰ ਉਹਨਾਂ ਇਹ ਗੱਲ ਉਦੋਂ ਜਾ ਸਮਝ ਆਉਂਦੀ ਜਦੋਂ ਉਹ ਖੁਦ ਮਾਪੇ ਬਣਦੇ, ਫਿਰ ਉਹਨਾਂ 'ਤੇ ਬੀਤਦੀ। ਨਿੱਕੀ ਦਾ ਵੀ ਇਹੀ ਹਾਲ ਸੀ। ਉਹ ਰੋਜ਼ ਮਿੰਨੀ ਨੂੰ ਫੋਨ ਕਰਦੀ, ਅੱਗੋਂ ਉਹ ਆਕੜ ਕੇ ਗੱਲ ਕਰਦੀ। ਫਿਰ ਹਫ਼ਤਾ ਬੀਤਿਆ। ਘਰ ਮਿੰਨੀ ਦੇ ਵਿਆਹ ਦਾ ਮੈਰਿਜ ਸਰਟੀਫਿਕੇਟ ਆ ਗਿਆ। ਨਿੱਕੀ ਦੇ ਤਾਂ ਉਸਨੂੰ ਦੇਖ ਹੰਝੂ ਹੀ ਨਾ ਰੁਕੇ। ਉਹ ਸੋਚ ਰਹੀ ਸੀ ਕਿ ਉਸਨੇ ਮਿੰਨੀ ਦੇ ਵਿਆਹ ਦੇ ਸੁਪਨੇ ਸਜਾਏ, ਕਿੰਨੇ ਚਾਅ ਮਨਾਉਣੇ ਸੀ ਸਭ ਨੇ। ਉਹਦੇ ਸ਼ਹੀਦ ਪਿਓ ਦੇ ਸੁਪਨੇ ਜੋ ਉਹਨੇ ਮਿੰਨੀ ਦੇ ਵਿਆਹ ਦੇ ਦੇਖੇ ਸਨ, ਉਹ ਵੀ ਪੂਰੇ ਕਰਨੇ ਸਨ। ਪਰ ਮਿੰਨੀ ਤਾਂ ਆਪਣੇ ਮਰੇ ਪਿਓ ਦੀ ਕਬਰ ਵੀ ਖੋਦ ਗਈ। ਉਸ ਵਕਤ ਉਸਦਾ ਦਿਲ ਧੁਰੋਂ ਅੰਦਰ ਟੁੱਟ ਰਿਹਾ ਸੀ। ਉਹ ਕਹਿ ਰਹੀ ਸੀ ਕਿ ਪਤਾ ਨਹੀਂ ਕੀ ਕਰਮਾਂ ਦਾ ਫਲ ਉਸਨੂੰ ਇਸ ਜਨਮੇ ਮਿਲਿਆ ਹੈ। ਪਰ ਕੋਈ ਗੱਲ ਨਹੀਂ, ਹੁਣ ਜਦ ਮਿੰਨੀ ਖੁਦ ਮਾਂ ਬਣੇਗੀ, ਮਾਂ ਦਾ ਦਿਲ ਕੀ ਹੁੰਦਾ ਉਦੋਂ ਉਸਨੂੰ ਪਤਾ ਲੱਗੂ। ਅਗਲੇ ਦਿਨ ਉਹਨਾਂ ਮਿੰਨੀ ਨੂੰ ਫੋਨ ਕੀਤਾ ਤੇ ਉਸ ਤੋਂ ਪਤਾ ਪੁੱਛਿਆ ਕਿ ਉਹ ਦੱਸਦਾ ਦੇਵੇ ਕਿਹੜੇ ਸ਼ਹਿਰ ਹੈ। ਉਹ ਉਸਨੂੰ ਇੱਕ ਵਾਰ ਦੇਖਣਾ ਚਾਹੁੰਦੇ। ਮਿੰਨੀ ਨੇ ਐਡਰੈਸ ਦੱਸ ਦਿੱਤਾ, ਕਿਉਂਕਿ ਹੁਣ ਕੋਰਟ ਸਰਟੀਫਿਕੇਟ ਬਣ ਚੁੱਕਾ ਸੀ। ਮਿੰਨੀ ਜਾਣਦੀ ਸੀ ਕਿ ਕੋਈ ਹੁਣ ਵਿਆਹ ਨੂੰ ਲੈ ਕੁਝ ਨਹੀਂ ਕਰ ਸਕਦਾ, ਤਾਂ ਉਸਨੇ ਥਾਂ ਟਿਕਾਣਾ ਦੱਸ ਦਿੱਤਾ। ਉਹ ਥਾਂ ਨਿੱਕੀ ਦੇ ਸ਼ਹਿਰੋਂ ਘੱਟੋ-ਘੱਟ 5 ਘੰਟੇ ਦੇ ਸਫ਼ਰ ਜਿੰਨੀ ਦੂਰ ਸੀ। ਅਗਲੇ ਹੀ ਦਿਨ ਨਿੱਕੀ ਤੇ ਉਸਦਾ ਪਤੀ ਗੱਡੀ ਵਿੱਚ ਚੱਲ ਪਏ। ਉਹਨਾਂ ਰਸਤੇ ਵਿੱਚ ਹੀ ਰੁਕ ਦੁਪਹਿਰ ਦੀ ਰੋਟੀ ਖਾ ਲਈ। ਫਿਰ ਉਹ ਮਿੰਨੀ ਦੇ ਦੱਸੇ ਪਤੇ 'ਤੇ ਪੁੱਛਦੇ ਪਛਾਉਂਦੇ ਪਹੁੰਚੇ। ਜਦੋਂ ਮਿੰਨੀ ਕੋਲ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਇੱਕ ਡਿੱਗਦਾ ਜਿਹਾ ਮਕਾਨ ਸੀ, ਜਿਸ ਵਿੱਚ 2 ਕਮਰੇ, ਇੱਕ ਰਸੋਈ ਤੇ ਬਾਥਰੂਮ ਨੂੰ ਦਰਵਾਜ਼ਾ ਤੱਕ ਨਹੀਂ ਸੀ ਲੱਗਿਆ ਹੋਇਆ। ਉੱਥੇ ਪਿਛਲੇ ਕਮਰੇ ਵਿੱਚ ਮੰਜੇ 'ਤੇ ਮਿੰਨੀ ਲਾਲ ਚੂੜਾ ਪਾ, ਲਾਲ ਸੂਟ, ਗਲ ਮੰਗਲ ਸੂਤਰ, ਮੱਥੇ ਸੰਧੂਰ ਭਰੀ ਬੈਠੀ ਸੀ। ਨਿੱਕੀ ਦੇ ਇਹ ਦੇਖ ਹੀ ਅੱਖੀ ਅੱਥਰੂ ਵਗ ਪਏ ਤੇ ਉਸਦੇ ਪਤੀ ਨੇ ਵੀ ਮੱਥੇ 'ਤੇ ਹੱਥ ਮਾਰ ਕਿਹਾ ਕਿ ਮਿੰਨੀਏ, ਇਹ ਕੀ ਕੀਤਾ? ਘੱਟੋ-ਘੱਟ ਘਰ-ਵਾਰ ਤਾਂ ਚੱਜਰਾ ਦੇਖ ਲੈਂਦੀ, ਕਿੱਥੇ ਮਹਿਲ ਵਰਗੇ ਘਰੋਂ ਆ ਝੁੱਗੀ ਵਿੱਚ ਗਿਰ ਪਈ। ਇੰਨਾ ਸੁਣ ਮਿੰਨੀ ਮੂੰਹ ਫੈਲਾ ਅੰਦਰ ਵੜ ਗਈ। ਘਰ ਉਸਦੇ ਸੱਸ ਸਹੁਰਾ ਤੇ ਨਣਦ ਵੀ ਸਨ। ਉੱਥੇ ਜਾ ਉਹਨੂੰ ਘਰੋਂ ਲਿਆ ਪਾਣੀ ਹੀ ਪਿਆ ਦੇ। ਤੇ ਮਿੰਨੀ ਦੇ ਪਾਪਾ ਨੇ ਉਸਦੇ ਸਹੁਰੇ ਨੂੰ ਕਿਹਾ ਕਿ ਤੁਸੀਂ ਤਾਂ ਘਰ ਵਿੱਚ ਸਿਆਣੇ ਹੋ, ਇੱਕ ਵਾਰ ਤਾਂ ਮਿੰਨੀ ਨੂੰ ਸਮਝਾ ਸਕਦੇ ਸੀ ਕਿ ਉਹ ਆਪਣੇ ਮਾਪਿਆਂ ਘਰੋਂ ਵਿਆਹ ਕੇ ਆਵੇ। ਤੇ ਅੱਗੋਂ ਉਸਦੇ ਸਹੁਰੇ ਨੇ ਕਿਹਾ ਕਿ ਉਹ ਕੀ ਕਰਦੇ। ਪੁੱਤ ਨੇ ਮਰਨ ਦੀਆਂ ਧਮਕੀਆਂ ਅੱਗੇ ਹੋ ਹਾਰ ਗਏ। ਬਸ ਹਾਲ ਦੇਖ ਮਿੰਨੀ ਦਾ ਇੰਨੇ ਵਕਤ ਵਿੱਚ ਹੀ ਮੁੜ ਆਏ। ਆਉਂਦੇ-ਆਉਂਦੇ ਮਿੰਨੀ ਨੂੰ ਕਹਿੰਦੇ ਕਿ ਉਹ ਜਲਦੀ ਘਰ ਆ ਜਾਵੇ ਤਾਂ ਕਿ ਉਹ ਉਸਨੂੰ ਘਰੋਂ ਤੋਰ ਸਕਣ, ਤਾਂ ਕਿ ਉਹਨਾਂ ਦੀ ਵੀ ਸਮਾਜ ਵਿੱਚ ਇੱਜ਼ਤ ਬਣੀ ਰਹਿ ਸਕੇ। ਤੇ ਅੱਗੋਂ ਮਿੰਨੀ ਨੇ ਕਿਹਾ, ਕੋਈ ਨਾ ਦੇਖੂੰਗੀ। ਉਸਦੇ ਇਸ ਕੌੜੇ ਬੋਲ ਨੇ ਮਾਪਿਆਂ ਅੱਖੀ ਹੰਝੂ ਲਿਆ ਦਿੱਤੇ। ਦੋਨੋਂ ਗੱਡੀ ਵਿੱਚ ਫੈਟ ਫੁੱਟ-ਫੁੱਟ ਰੋਣ ਲੱਗੇ। ਰਾਤ ਦੇਰ ਤੱਕ ਉਹ ਘਰ ਆ ਗਏ
ਘਰ ਆ ਦੋਨਾਂ ਦੇ ਗਲੋਂ ਰੋਟੀ ਦੀ ਬੁਰਕੀ ਤੱਕ ਨਹੀਂ ਉਤਰੀ। ਨਿੱਕੀ ਦੀ ਮਾਂ ਤੇ ਬਾਪੂ ਜੀ ਵੀ ਉੱਥੇ ਸਨ। ਉਸ ਦੇ ਬਾਪੂ ਜੀ ਕੀ ਕਹਿੰਦੇ? ਉਸ ਨੂੰ ਉਹਨਾਂ ਦੀ ਦਿਮਾਗੀ ਹਾਲਤ ਤਾਂ ਇਹੋ ਜਿਹੀ ਸੀ ਕਿ ਉਹਨਾਂ ਨੂੰ ਕੀ ਹੋ ਰਿਹਾ ਉਸ ਦੀ ਕੋਈ ਖਬਰ ਹੀ ਨਾ ਸੀ। ਨਿੱਕੀ ਦੀ ਮਾਂ ਨੇ ਉਸ ਨੂੰ ਹੌਸਲਾ ਦਿੱਤਾ, ਪਰ ਦੋਵੇਂ ਮਿੰਨੀ ਦੇ ਮਾਪੇ ਮਾਂ ਦੇ ਗਲ ਲੱਗ ਫੁੱਟ-ਫੁੱਟ ਰੋਣ ਲੱਗੇ। ਮਿੰਨੀ ਦੇ ਪਾਪਾ ਕਹਿੰਦੇ, ਕੀ ਕਹਿਣਗੇ ਲੋਕ ਕਿ ਮੈਂ ਉਸਦਾ ਸਕਾ ਪਿਓ ਨਹੀਂ ਬਣ ਸਕਿਆ, ਇੱਕ ਧੀ ਨੂੰ ਨਹੀਂ ਸੰਭਾਲ ਸਕਿਆ। ਮੈਂ ਤਾਂ ਹਮੇਸ਼ਾ ਉਸ ਨੂੰ ਆਪਣੀ ਧੀ ਸਮਝਿਆ ਅਤੇ ਮੇਰਾ ਤਾਂ ਇਹੀ ਸੁਪਨਾ ਸੀ ਕਿ ਉਹ ਪੜ੍ਹ ਲਿਖ ਵਧੀਆ ਨੌਕਰੀ ਲੱਗ ਜਾਵੇ, ਫਿਰ ਅਸੀਂ ਵਿਆਹ ਕਰਦੇ ਹੀ ਉਸਦਾ। ਪਰ ਵਧੀਆ ਘਰ ਦੇਖਦੇ ਜਿੱਥੇ ਉਸ ਨੂੰ ਇੱਥੇ ਵਰਗੀ ਐਸ਼ ਦੀ ਜ਼ਿੰਦਗੀ ਮਿਲਦੀ, ਉੱਥੇ ਤਾਂ ਉਹ ਨਰਕ ਵਿੱਚ ਚਲੀ ਗਈ। ਅਜਿਹਾ ਘਰ ਤਾਂ ਉਸਨੇ ਕਦੇ ਜ਼ਿੰਦਗੀ ਵਿੱਚ ਵੀ ਨਹੀਂ ਦੇਖਿਆ। ਨਹਾਉਣ ਲਈ, ਪਰਦਾ ਕਰਨ ਲਈ ਦਰਵਾਜ਼ਾ ਤੱਕ ਨਹੀਂ ਉਸ ਘਰੇ। ਨਿੱਕੀ ਕਹਿੰਦੇ ਉਸਦੇ ਕਰਮ ਹੀ ਫੁੱਟ ਗਏ। ਉਸਨੇ ਕੀ ਸੋਚਿਆ ਤੇ ਕੀ ਬਣ ਗਿਆ। ਹੁਣ ਉਹ ਉਸਦੇ ਮਰੇ ਪਿਤਾ ਨੂੰ ਉੱਪਰ ਜਾ ਕਿਹੜਾ ਮੂੰਹ ਦਿਖਾਏਗੀ। ਜੇ ਵਿਆਹ ਕਰਾਉਣਾ ਹੀ ਸੀ, ਆਪ ਕੋਈ ਚੱਜ ਦਾ ਘਰ ਦੇਖਦੀ। ਮੈਨੂੰ ਦੁੱਖ ਤਾਂ ਨਹੀਂ, ਵੱਡ ਖਾਂਦਾ ਕਿ ਉਹ ਠੀਕ ਸੁਖੀ ਵੀ ਹੋਵੇਗੀ, ਜਿਵੇਂ ਮਰਜ਼ੀ ਕੀਤਾ ਉਸਨੇ। ਹਾਂ ਤਾਂ ਉਸਦੀ ਢਿੱਡੋਂ ਜੰਮੀ। ਰੋਂਦੇ ਰਵਾਉਂਦੇ ਰਾਤ ਲੰਘ ਗਈ। ਹੌਲੀ ਦਿਨ ਬੀਤੇ, ਪਰ ਮਿੰਨੀ ਘਰ ਆਈ ਹੀ ਨਹੀਂ। ਨਿੱਕੀ ਰੋਜ਼ ਫੋਨ ਕਰਦੀ, ਪਰ ਉਹ ਨਾ ਆਈ। ਹੁਣ ਨਿੱਕੀ ਦਾ ਪਤੀ ਵੀ ਪਤਾ ਨਹੀਂ ਮਿੰਨੀ ਦੇ ਇਸ ਕੀਤੇ ਦੁੱਖ ਮਾਰਾ ਰੋਜ਼ ਵੱਧ ਸ਼ਰਾਬ ਪੀਣ ਲੱਗ ਗਿਆ। ਹੁਣ ਉਹ ਕਦੇ ਨਿੱਕੀ ਨੂੰ ਗਾਲੀ ਗਲੋਚ ਤੇ ਮਿੰਨੀ ਬਾਰੇ ਬੁਰਾ ਭਰਾ ਵੀ ਬੋਲਦਾ। ਨਿੱਕੀ ਸਬਰ ਦਾ ਘੁੱਟ ਪੀਂਦੀ ਰਹੀ। ਸਾਲ ਬੀਤਣ ਤੇ ਆ ਗਿਆ। ਇੱਕ ਦਿਨ ਮਿੰਨੀ ਦਾ ਫੋਨ ਆਇਆ ਕਿ ਉਹ ਮਾਂ ਬਣਨ ਵਾਲੀ ਤੇ ਉਸ ਨੂੰ ਬੱਚਾ ਹੋਣ ਵਾਲਾ। ਨਿੱਕੀ ਕੁਝ ਪੈਸੇ ਲੈ ਆ ਜਾਵੇ। ਉਸਦੀ ਸੱਸ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ, ਕਿਉਂਕਿ ਉਸ ਨੂੰ ਚੱਜ ਨਾਲ ਰੋਟੀ ਟੁੱਕ ਨਹੀਂ ਆਉਂਦਾ। ਨਿੱਕੀ ਸੁਣਦੇ ਸਾਰ ਹੀ ਬੱਸ ਫੜ ਆਪਣੀ ਧੀ ਕੋਲ ਭੱਜ ਗਈ। ਹੁਣ ਮਿੰਨੀ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਹੀ ਸੀ। ਉਸਨੇ ਨਿੱਕੀ ਨੂੰ ਫੋਨ ਕਰ ਕਿਰਾਏ ਦੇ ਘਰ ਦਾ ਪਤਾ ਦੱਸਿਆ। ਉੱਥੇ ਜਾ ਨਿੱਕੀ ਨੇ ਦੇਖਿਆ, ਇੱਕ ਕਮਰਾ ਸੀ ਤੇ ਇੱਕ ਹੀ ਮੰਜਾ ਸੀ। ਮਿੰਨੀ ਦਰਦ ਨਾਲ ਮੰਜੇ ਤੇ ਪਈ ਕਰਲਾਪ ਰਹੀ ਸੀ। ਸਰਾਣੇ ਇੱਕ ਪੀੜੀ ਤੇ ਮਿੰਨੀ ਦਾ ਪਤੀ ਦੀਪਾ ਬੈਠਾ ਸੀ। ਨਿੱਕੀ ਨੇ ਜਾਂਦੇ ਸਾਰ ਹੀ ਕਿਹਾ ਕਿ ਮਿੰਨੀ ਨੂੰ ਹਸਪਤਾਲ ਕਿਉਂ ਨਹੀਂ ਭਰਤੀ ਕਰਵਾਇਆ ਗਿਆ। ਮਿੰਨੀ ਨੇ ਆਖਿਆ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਸਨ। ਨਿੱਕੀ ਨੇ ਦੀਪੇ ਨੂੰ ਟੈਕਸੀ ਆਟੋ ਕਰਨ ਲਈ ਕਿਹਾ ਤੇ ਮਿੰਨੀ ਨੂੰ ਹਸਪਤਾਲ ਲੈ ਗਏ। ਹੁਣ ਮਿੰਨੀ ਦਾ ਆਪਰੇਸ਼ਨ ਚੱਲ ਰਿਹਾ ਸੀ। ਨਿੱਕੀ ਬਾਹਰ ਬੈਠੀ ਰੋ ਰਹੀ ਸੀ। ਦੀਪਾ ਇੱਕ ਖੂੰਜੇ ਲੱਗਿਆ ਖੜਾ ਸੀ। ਨਿੱਕੀ ਨੂੰ ਮਿੰਨੀ ਦੀ ਹਾਲਤ ਤੇ ਹਾਲਾਤ ਤੇ ਰੋਣਾ ਆ ਰਿਹਾ ਸੀ ਕਿ ਕਿਵੇਂ ਉਹ ਰਹਿ ਰਹੀ। ਨਾ ਸਿਰ ਤੇ ਚੱਜ ਦੀ ਛੱਤ, ਨਾ ਪੈਣ ਲਈ ਮੰਜਾ, ਬੈਠਣ ਦੀ ਵੀ ਥਾਂ ਨਹੀਂ ਸੀ। ਹੋਰ ਤਾਂ ਹੋਰ ਦਵਾਈ ਲੈਣ ਨੂੰ ਪੈਸੇ ਤੱਕ ਨਹੀਂ। ਰੱਬ ਨੂੰ ਕੋਸ ਰਹੀ ਸੀ ਕਿ ਕੈਸੇ ਉਸਦੇ ਤੇ ਮਿੰਨੀ ਦੇ ਕਰਮ ਉਸਨੇ ਲਿਖੇ। ਇੰਨੇ ਨੂੰ ਮਿੰਨੀ ਦਾ ਆਪਰੇਸ਼ਨ ਹੋ ਗਿਆ। ਰਾਤ ਪੈ ਗਈ ਸੀ। ਨਿੱਕੀ ਨੇ ਘਰ ਫੋਨ ਕਰ ਉਹ ਉੱਥੇ ਹੀ ਰਹੇਗੀ ਦੱਸ ਦਿੱਤਾ। ਮਿੰਨੀ ਦਾ ਆਪਰੇਸ਼ਨ ਹੋਇਆ ਤਾਂ ਉਸਨੂੰ ਧੀ ਹੋਈ। ਨਿੱਕੀ ਖੁਸ਼ ਵੀ ਸੀ ਤੇ ਦੁਖੀ ਵੀ ਕਿ ਨਿਆਣੀ ਮੱਤੇ 22 ਸਾਲ ਵਿੱਚ ਹੀ ਮਿੰਨੀ ਮਾਂ ਤੇ ਜ਼ਿੰਮੇਵਾਰ। ਉਹ ਤਾਂ ਖੁਦ ਨਿਆਣੀ ਮੱਤ। ਬੱਚੀ ਨਿੱਕੀ ਦੇ ਹੱਥੀਂ ਥਮਾ ਮਿੰਨੀ ਨੂੰ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। 2-4 ਦਿਨਾਂ ਬਾਅਦ ਨਿੱਕੀ ਘਰ ਆ ਗਈ। ਮਿੰਨੀ ਕੋਲ ਉਸਦੀ ਨਣਦ ਆ ਗਈ। ਨਿੱਕੀ ਮਿੰਨੀ ਨੂੰ ਕੁਝ ਪੈਸੇ ਤੇ ਹਸਪਤਾਲ ਦਾ ਬਿੱਲ ਚੁਕਾ ਆਈ। ਘਰ ਆ ਜਦੋਂ ਉਸਨੇ ਆਪਣੇ ਪਤੀ ਨੂੰ ਸਾਰਾ ਹਾਲ ਸੁਣਾਇਆ, ਉਹ ਕੁਝ ਨਾ ਬੋਲਿਆ ਤੇ ਫਿਰ ਸ਼ਰਾਬ ਪੀ ਆਪਣਾ ਗੁੱਸਾ ਦਰਦ ਕੱਢਣ ਲੱਗ ਗਿਆ। ਸ਼ਾਇਦ ਉਸਦੇ ਹੱਥ ਵੀ ਨਹੀਂ ਸੀ, ਖੁੱਲ੍ਹ ਕੇ ਰੋ ਵੀ ਨਹੀਂ ਸੀ ਸਕਦਾ। ਦੂਜੇ ਦਿਨ ਨਿੱਕੀ ਦੀ ਮਾਂ ਤੇ ਭੈਣ ਆਈਆਂ। ਉਹਨਾਂ ਨੂੰ ਸਾਰਾ ਹਾਲ ਸੁਣਾਇਆ ਤਾਂ ਸਭ ਉਸਦੇ ਕਰਮਾਂ ਨੂੰ ਕੋਸ਼ ਨਿੱਕੀ ਨੂੰ ਹੌਸਲਾ ਦੇ ਰਹੀਆਂ ਸਨ। ਉੱਧਰ ਨਿੱਕੀ ਦੀ ਭਾਬੀ ਨੇ ਬੜੇ ਚਿਰਾਂ ਬਾਅਦ ਅੱਜ ਫੋਨ ਕਰ ਨਿੱਕੀ ਨੂੰ ਖੂਬ ਸੁਣਾਇਆ ਤੇ ਕਿਹਾ ਕਿ ਉਸ ਨੂੰ ਮਿੰਨੀ ਨੂੰ ਬੇਦਖਲ ਕਰ ਦੇਣਾ ਚਾਹੀਦਾ ਸੀ। ਨਿੱਕੀ ਨੇ ਭਾਬੀ ਤੋਂ ਵੀ ਸੁਣਿਆ ਤੇ ਬਾਅਦ ਵਿੱਚ ਆਪਣੀ ਮਾਂ ਤੇ ਭੈਣ ਨੂੰ ਫੋਨ ਕਰ ਬਹੁਤ ਰੋਈ। ਉਹਨਾਂ ਨੂੰ ਕਿਹਾ ਕਿ ਉਹ ਆਪਣੀ ਧੀ ਨੂੰ ਕਿਵੇਂ ਬੇਦਖਲ ਕਰ ਸਕਦੀ ਹੈ, ਮਾਂ ਦਾ ਸੀਨਾ ਹੈ ਉਸਦਾ। ਫਿਰ ਉਹ ਇਕੱਲੀ ਉਸੇ ਸਹੁਰੇ ਵੀ ਨਹੀਂ ਪੁੱਛਦੇ ਉਸਨੂੰ। ਜੇ ਉਸਨੇ ਵੀ ਉਸਦੀ ਸਾਰ ਨਾ ਲਈ, ਕਿੱਥੇ ਜਾਏਗੀ ਉਹ? ਦਿਨ ਬੀਤੇ, ਨਿੱਕੀ ਵਿੱਚ ਜਾ ਉਸ ਨੂੰ ਮਿਲ ਆਉਂਦੀ। ਫਿਰ ਅਖੀਰ ਇੱਕ ਦਿਨ ਮਿੰਨੀ ਘਰ ਆ ਹੀ ਗਈ। ਗਰਮੀ ਦੇ ਦਿਨਾਂ ਆ ਨਿੱਕੀ ਕੋਲ ਰੋਣ ਲੱਗੀ ਆਪਣੇ ਦੁੱਖ ਕਿ ਸਹੁਰੇ ਪੁੱਛਦੇ ਨਹੀਂ, ਦੀਪਾ ਕੋਈ ਕੰਮ ਨਹੀਂ ਕਰਦਾ ਤੇ ਕਿਰਾਏ ਦਾ ਘਰ ਕਿਰਾਇਆ ਦੇਣ ਦੇ ਪੈਸੇ ਤੱਕ ਨਹੀਂ ਹਨ। ਇੱਕ ਦਿਨ ਤਾਂ ਉਹ ਬਿਨਾਂ ਰੋਟੀ ਖਾਧੇ ਹੀ ਸੌ ਗਏ ਸਨ। ਨਿੱਕੀ ਨਾਲੇ ਰੋਈ ਨਾਲੇ ਉਸਨੇ ਖੂਬ ਸੁਣਾਇਆ ਕਿ ਭੁਗਤੇ ਹੁਣ ਉਹੀ, ਉਸਦਾ ਖੁਦ ਦਾ ਕੀਤਾ ਹੋਇਆ ਹੈ ਸਭ। ਮਿੰਨੀ ਹੁਣ ਚੁੱਪ ਕਰ ਸਭ ਸੁਣੀ ਜਾ ਰਹੀ ਸੀ। ਫਿਰ ਨਿੱਕੀ ਨੇ ਉਸਨੂੰ ਕੁਝ ਪੈਸੇ ਦੇ ਦਿੱਤੇ। ਮਿੰਨੀ ਉਸੇ ਦਿਨ ਮੁੜ ਗਈ। ਫਿਰ ਕੁਝ ਦਿਨਾਂ ਮਗਰੋਂ ਫਿਰ ਉਹੀ ਹਾਲ ਮਿੰਨੀ ਦਾ। ਫਿਰ ਨਿੱਕੀ ਨੇ ਮਿੰਨੀ ਨੂੰ ਕਿਹਾ ਕਿ ਅਗਰ ਉਸਨੇ ਕਿਰਾਏ ਤੇ ਹੀ ਰਹਿਣਾ, ਉਹ ਇੱਥੇ ਆ ਰਹਿ ਲਵੇ। ਦੂਰ ਜਾਣਾ ਆਉਣਾ ਵੀ ਔਖਾ,
ਫਿਰ ਕੁਝ ਦਿਨਾਂ ਬਾਅਦ ਹੀ ਮਿੰਨੀ ਉਸਦੀ ਧੀ ਤੇ ਦੀਪਾ ਨਿੱਕੀ ਦੇ ਕੁਝ ਦੂਰ ਘਰੀ ਕਿਰਾਏ ਤੇ ਰਹਿਣ ਲੱਗੇ। ਹੁਣ ਨਿੱਕੀ ਉਹਨਾਂ ਦਾ ਖਰਚਾ ਕਰਦੀ। ਮਿੰਨੀ ਦੇ ਪਾਪਾ ਨੇ ਕਹਿ ਸੁਣ ਦੀਪੇ ਨੂੰ ਕੱਪੜਿਆਂ ਦੀ ਦੁਕਾਨ ਉੱਪਰ ਲਗਵਾ ਦਿੱਤਾ। ਫਿਰ ਇੱਕ ਦਿਨ ਫੌਜ ਵਿੱਚੋਂ ਚਿੱਠੀ ਆਈ ਬੈਂਕ ਦੀ ਕਿ ਮਿੰਨੀ ਤੇ ਨਿੱਕੀ ਨਾਮੇ 2 ਐਫਡੀਆਂ ਸਨ ਜੋ ਕਿ ਨਿੱਕੀ ਦੇ ਪਹਿਲੇ ਪਤੀ ਨੇ ਉਹਨਾਂ ਦੇ ਨਾਮੇ ਕਰਵਾਈਆਂ ਸਨ। ਨਿੱਕੀ ਇਸ ਗੱਲੋਂ ਅਣਜਾਣ ਸੀ। ਹੁਣ ਉਸਦਾ ਵਕਤ ਪੂਰਾ ਹੋ ਚੁੱਕਾ ਸੀ। ਹਜ਼ਾਰਾਂ ਰੁਪਏ ਲੱਖਾਂ ਵਿੱਚ ਤਬਦੀਲ ਹੋ ਚੁੱਕੇ ਸਨ। ਨਿੱਕੀ ਨੇ ਸਾਰੇ ਪੈਸੇ ਕਢਾ ਮਿੰਨੀ ਨੂੰ ਇੱਕ ਉਹਨਾਂ ਦਾ ਘਰ ਬਣਾ ਘਰ ਦਾ ਸਮਾਨ ਖਰੀਦ ਦਿੱਤਾ ਤਾਂ ਕਿ ਉਹ ਆਪਣੇ ਘਰ ਹੁਣ ਕਿਰਾਏ ਦੇ ਘਰ ਤੋਂ ਰਹਿ ਸਕੇ। ਵਕਤ ਬੀਤਦਾ ਗਿਆ। ਹੁਣ ਨਿੱਕੀ ਦੇ ਪਤੀ ਨੂੰ ਹੋ ਗਿਆ ਕਿ ਨਿੱਕੀ ਕੋਲ ਇੰਨੇ ਪੈਸੇ ਹਨ ਤੇ ਉਹ ਆਪਣੀ ਧੀ ਤੇ ਲੁਟਾ ਰਹੀ। ਉਸ ਦਾ ਸੁਭਾਅ ਵੀ ਬਦਲ ਗਿਆ। ਹੁਣ ਰੋਜ਼ ਲੜਦਾ ਝਗੜਦਾ, ਕਦੇ-ਕਦੇ ਨਿੱਕੀ ਨੂੰ ਮਾਰਦਾ। ਨਿੱਕੀ ਮਿੰਨੀ ਨੂੰ ਜੇ ਦੱਸਦੀ ਉਹ ਉਲਟਾ ਨਿੱਕੀ ਨੂੰ ਹੀ ਬੋਲਦੀ। ਹੁਣ ਮਿੰਨੀ ਆਪਣੇ ਘਰ ਘੱਟ ਨਿੱਕੀ ਘਰੇ ਹੀ ਰਹਿੰਦੀ। ਉੱਥੇ ਹੀ ਖਾਣਾ ਪੀਣਾ ਸਭ ਆਪ ਮਿੰਨੀ ਕੰਮ ਨੂੰ ਹੱਥ ਨਾ ਲਾਉਂਦੀ। ਹੁਣ ਬਾਕੀ ਬੱਚਿਆਂ ਤੇ ਵੀ ਸਭ ਮਾਹੌਲ ਦਾ ਅਸਰ ਪੈ ਰਿਹਾ ਸੀ। ਸਭ ਵਿਗੜ ਰਹੇ ਸਨ। ਨਿੱਕੀ ਨੂੰ ਸਭ ਬੋਲਦੇ ਹੁਣ ਕਿ ਉਹ ਸਿਰਫ ਮਿੰਨੀ ਦੀ ਮਾਂ ਉਹਨਾਂ ਦੀ ਨਹੀਂ। ਨਿੱਕੀ ਮਿੰਨੀ ਨੂੰ ਕਹਿੰਦੀ ਕਿ ਆਪਣੇ ਘਰ ਰਹੇ, ਪਰ ਮਿੰਨੀ ਫਿਰ ਉੱਥੇ ਹੀ ਆਉਂਦੀ ਤੇ ਤੰਗ ਕਰਦੀ ਨਿੱਕੀ ਨੂੰ। ਅਗਰ ਨਿੱਕੀ ਉਸਨੂੰ ਕੁਝ ਵੀ ਕਹਿੰਦੀ ਤਾਂ ਉੱਚੀ-ਉੱਚੀ ਬੋਲਦੀ। ਨਿੱਕੀ ਦੇ ਸਭ ਭਾਈ ਭੈਣ ਉਸ ਨਾਲੋਂ ਮਿੰਨੀ ਕਰਕੇ ਘੱਟ ਚੁੱਕੇ ਸਨ। ਨਿੱਕੀ ਆਪਣੀ ਮਾਂ ਤੇ ਛੋਟੀ ਭੈਣ ਨਾਲ ਹੀ ਸਿਰਫ ਦੁੱਖ ਸਾਂਝਾ ਕਰਦੀ। ਹੁਣ ਮਿੰਨੀ ਨੇ ਕੁਝ ਪੈਸੇ ਪਾ ਦੀਪੇ ਨੂੰ ਟੈਕਸੀ ਪਾ ਦਿੱਤੀ, ਪਰ ਫਿਰ ਵੀ ਮਿੰਨੀ ਦਾ ਉਹੀ ਹਾਲ ਰਿਹਾ। ਉਹ ਖਾਣਾ ਪੀਣਾ ਸਭ ਨਿੱਕੀ ਕੋਲ ਤੇ ਆਪਣੇ ਪੈਸੇ ਘੁੰਮਣ ਫਿਰਨ ਤੇ ਉਡਾਉਣ ਲੱਗੇ। ਉਸ ਦਾ ਪਤੀ ਵੀ ਸ਼ਰਾਬ ਪੀ ਕੇ ਗਾਲਾਂ ਕੱਢਦਾ। ਉਸਨੂੰ ਤਲਾਕ ਤੇ ਛੱਡ ਕੇ ਜਾਣ ਦੀਆਂ ਨਿੱਕੀ ਨੂੰ ਧਮਕੀਆਂ ਦਿੰਦਾ ਕਿ ਉਹ ਆਪਣੇ ਬੱਚੇ ਲੈ ਚਲਾ ਜਾਏਗਾ। ਹੁਣ ਉਸਦੇ ਬੱਚੇ ਵੱਡੇ ਹੋ ਗਏ ਹਨ। ਅਗਰ ਉਹ ਉਹਨਾਂ ਨਾਲ ਰਹਿਣਾ ਚਾਹੁੰਦੀ, ਸਭ ਪੈਸੇ ਜਗ੍ਹਾ ਉਸਦੇ ਨਾਮ ਕਰਵਾਵੇ। ਨਿੱਕੀ ਇਹ ਗੱਲਾਂ ਸੁਣ ਸਭ ਹੈਰਾਨ ਰਹਿ ਗਈ। ਉਸਨੇ ਆਪਣੀ ਧੀ ਮਿੰਨੀ ਨਾਲ ਆਪਣੀ ਗੱਲ ਸਾਂਝੀ ਕੀਤੀ, ਪਰ ਉਹ ਉਸਦਾ ਜਵਾਬ ਸੁਣ ਵੀ ਦੰਗ ਰਹਿ ਗਈ। ਮਿੰਨੀ ਨੇ ਕਿਹਾ ਕਿ ਉਸ ਕੋਲ ਕਿੰਨੇ ਕੁ ਪੈਸੇ ਹਨ। ਉਹ ਜਗ੍ਹਾ ਪਾਪਾ ਨਾਮ ਤੇ ਪੈਸੇ ਸਾਨੂੰ ਦੇ ਦੇਵੇ। ਸਾਰੇ ਰਿਸ਼ਤਿਆਂ ਦਾ ਚਿਹਰਾ ਪੈਸਿਆਂ ਖਾਤਰ ਬਦਲ ਰਿਹਾ ਸੀ। ਨਿੱਕੀ ਦੇਖ ਰਹੀ ਸੀ ਕਿ ਉਸਦੀ ਆਪਣੀ ਧੀ ਵੀ ਪੈਸਿਆਂ ਖਾਤਰ ਬਦਲ ਰਹੀ ਸੀ। ਨਿੱਕੀ ਦੇ ਹੁਣ ਇਹ ਗੱਲਾਂ ਦਿਲ ਵਿੱਚ ਘਰ-ਘਰ ਉਸਨੂੰ ਅੰਦਰੋਂ ਅੰਦਰ ਖੋਖਲਾ ਕਰ ਰਹੀਆਂ ਸਨ। ਉਧਰ ਨਿੱਕੀ ਦੇ ਵੀਰੇ ਦੀ ਖਬਰ ਉਸਨੂੰ ਮਿਲੀ ਕਿ ਉਸਦੇ ਭਰਾ ਨੂੰ ਅਟੈਕ ਹੋ ਗਿਆ ਹੈ ਤੇ ਗੰਭੀਰ ਰੂਪ ਵਿੱਚ ਉਹ ਹਸਪਤਾਲ ਦਾਖਲ ਹੈ। ਉਸਨੇ ਆਪਣੇ ਪਤੀ ਨੂੰ ਕਿਹਾ ਸਾਥ ਚੱਲਣ ਲਈ, ਪਰ ਉਸਦੇ ਪਤੀ ਨੇ ਜਵਾਬ ਦੇ ਦਿੱਤਾ ਕਿ ਉਸਨੂੰ ਜਾਣ ਦੀ ਕੋਈ ਲੋੜ ਨਹੀਂ। ਉਹ ਮਿਹਨਤਾਂ ਕਰਦੀ ਰਹੀ, ਪਰ ਜਦੋਂ ਉਸਦੇ ਪਤੀ ਨੇ ਨਾ ਸੁਣੀ, ਦੂਜੇ ਦਿਨ ਇਕੱਲੀ ਹੀ ਚਲੀ ਗਈ। ਰੱਬ ਦੀ ਕਿਰਪਾ ਨਾਲ ਉਸਦੇ ਭਰਾ ਨੂੰ ਮੌਕੇ 'ਤੇ ਸੰਭਾਲ ਲਿਆ ਗਿਆ, ਪਰ ਡਾਕਟਰਾਂ ਉਸਨੂੰ ਜ਼ਿਆਦਾ ਲੋੜ ਵਾਲੀ ਕੋਈ ਵੀ ਗੱਲ ਦੱਸਣੋਂ ਮਨ੍ਹਾ ਕਰ ਦਿੱਤਾ। ਕੁਝ ਦਿਨਾਂ ਵਿੱਚ ਉਸਦੇ ਵੀਰ ਨੂੰ ਹਸਪਤਾਲੋਂ ਛੁੱਟੀ ਹੋ ਗਈ। ਫਿਰ ਉਹ ਆਪਣੇ ਵੀਰ ਨੂੰ ਘਰ ਮਿਲਣ ਗਈ, ਪਰ ਉੱਥੇ ਜਾ ਉਸਦੀ ਭਾਬੀ ਨੇ ਉਸਨੂੰ ਬਹੁਤ ਤਾਨੇ ਮਿਹਣੇ ਦਿੱਤੇ। ਮਿੰਨੀ ਦੇ ਤੇ ਕਿਹਾ ਕਿ ਅੱਜ ਕਿਵੇਂ ਯਾਦ ਆ ਗਈ ਵੀਰ ਦੇ, ਨਾ ਇੰਨੇ ਟਾਈਮ ਤੋਂ ਉਸਨੇ ਕੋਈ ਖਬਰ ਲਈ। ਨਿੱਕੀ ਕਹਿੰਦੀ ਵੀ ਕੀ, ਉਹ ਖੁਦ ਦੇ ਹਾਲਾਤ ਬਾਰੇ ਕੀ ਦੱਸਦੀ ਆਪਣੀ ਭਾਬੀ ਨੂੰ। ਉਸਨੇ ਦੱਸੇ ਤੇ ਹੋਰ ਵੀ ਤਾਨੇ ਮਿਹਣੇ ਦੇ ਉਸਨੂੰ ਜਲੀਲ ਕਰਨਾ ਸੀ। ਭਰਾ ਦੀ ਖਬਰ ਸਰ ਲੈ ਉਹ ਭਰੇ ਦਿਲ ਸਭ ਸੁਣ ਮੁੜ ਆਈ। ਮਿੰਨੀ ਕਰਨ ਹੁਣ ਉਸਦੀ ਮਾਂ ਤੇ ਭੈਣ ਵੀ ਆਉਣੋਂ ਹਟ ਗਈਆਂ ਸਨ। ਉਹ ਬਸ ਹੁਣ ਹਰ ਰੋਜ਼ ਫੋਨ ਕਰ ਦੁੱਖ ਸੁੱਖ ਸਾਂਝੇ ਕਰਦੀਆਂ। ਦਿਨ ਬੀਤੇ। ਹੁਣ ਨਿੱਕੀ ਨੂੰ ਘਰ ਹੋਰ ਵੀ ਤੰਗ ਕਰਨ ਲੱਗ ਗਏ। ਉਸ ਦਾ ਪਤੀ ਬਸ ਹੁਣ ਉਸਦੀ ਦੌਲਤ ਲੈ ਉਸਨੂੰ ਛੱਡ ਕੇ ਜਾਣਾ ਚਾਹੁੰਦਾ ਸੀ। ਮਿੰਨੀ ਵੀ ਬਸ ਰੋਜ਼ ਪੈਸੇ ਖਿੱਚਣ ਲਈ ਸੋਚਦੀ ਰਹਿੰਦੀ। ਹੁਣ ਨਿੱਕੀ ਦੇ ਸਕੂਲ ਵਿੱਚ ਰਿਟਾਇਰ ਹੋਣ ਦਾ ਸਮਾਂ ਵੀ ਨੇੜੇ ਆ ਰਿਹਾ ਸੀ। ਮਿੰਨੀ ਤੇ ਉਸਦੇ ਪਤੀ ਦੀ ਅੱਖ ਹੁਣ ਉਸਨੂੰ ਸਕੂਲੋਂ ਮਿਲਣ ਵਾਲੇ ਪੈਸਿਆਂ 'ਤੇ ਸੀ। ਹੁਣ ਉਸਦਾ ਪਤੀ ਤੇ ਦੀਪਾ ਦੋਨੋਂ ਰਲ ਕੇ ਸ਼ਰਾਬ ਪੀਂਦੇ ਤੇ ਉਸਨੂੰ ਬੋਲਦੇ। ਕਦੇ-ਕਦੇ ਉਸਦਾ ਪਤੀ ਉਸਨੂੰ ਕੁੱਟਦਾ। ਇੱਕ ਦਿਨ ਉਹ ਥਾਣੇ ਚਲੀ ਗਈ, ਪਰ ਉਸਦੇ ਪਤੀ ਨੇ ਥਾਣੇ ਵੀ ਪੈਸੇ ਦੇ ਕੇ ਗੱਲ ਮੁਕਾ ਲਈ। ਹੁਣ ਨਿੱਕੀ ਡਰੀ-ਡਰੀ ਰਹਿੰਦੀ, ਬਸ ਆਪਣੀ ਭੈਣ ਨਾਲ ਦੁੱਖ ਸੁੱਖ ਸਾਂਝਾ ਕਰਦੀ। ਇੱਕ ਦਿਨ ਉਹ ਆਪਣੇ ਪੇਕੇ ਵੀ ਚਲੀ ਗਈ, ਪਰ ਉਸਦੀ ਬੁੱਢੀ ਮਾਂ ਇਕੱਲੀ ਕਰ ਵੀ ਕੀ ਸਕਦੀ ਸੀ। ਉਸਦੇ ਭਰਾ ਨੇ ਉਸਨੂੰ ਦੱਸਣਾ ਠੀਕ ਨਹੀਂ ਸਮਝਿਆ, ਉਸਦੀ ਬਿਮਾਰੀ ਕਰਕੇ। ਫਿਰ ਨਿੱਕੀ ਵਾਪਸ ਘਰ ਆ ਗਈ, ਪਰ ਉਸਦੀ ਭੈਣ ਜੀਜੇ ਆ ਕੇ ਵੀ ਉਸਦੇ ਪਤੀ ਨੂੰ ਸਮਝਾਇਆ, ਪਰ ਉਹ ਉਹਨਾਂ ਨੂੰ ਵੀ ਬੋਲਣ ਲੱਗ ਗਿਆ। ਮਿੰਨੀ ਤਾਂ ਬਸ ਸਿਰਫ ਪੈਸੇ ਲਈ ਹੀ ਹੁਣ ਅੰਨੀ ਹੋਈ ਸੀ। ਹੁਣ ਨਿੱਕੀ ਦੇ ਬਾਕੀ ਬੱਚਿਆਂ ਨੇ ਵੀ ਨਿੱਕੀ ਨੂੰ ਬੋਲਣਾ ਸ਼ੁਰੂ ਕਰ ਲਿਆ ਕਿ ਉਹ ਚੱਜਦੀ ਨਹੀਂ। ਉਸਦਾ ਪਤੀ ਹਰ ਰੋਜ਼ ਉਸਨੂੰ ਜਗ੍ਹਾ ਨਾਮ ਕਰਵਾਉਣ ਲਈ ਕਹਿੰਦਾ, ਪਰ ਨਿੱਕੀ ਜਾਣਦੀ ਸੀ
ਅਗਰ ਉਸਨੇ ਇਹ ਗਲਤੀ ਕਰ ਲਈ ਤਾਂ ਉਸਨੂੰ ਕਿਸੇ ਨੇ ਨਹੀਂ ਪੁੱਛਣਾ ਜਾਂ ਉਹਨਾਂ ਉਸਨੂੰ ਮਾਰ ਦੇਣਾ। ਬਸ ਹੁਣ ਇਹੀ ਡਰ ਉਸਨੂੰ ਦਿਨ ਰਾਤ ਖਾਣ ਲੱਗਾ। ਇੱਕ ਵਾਰ ਫੌਜ ਅਫਸਰ ਉਸਦੇ ਘਰ ਆਏ ਕਿਉਂਕਿ ਉਹਨਾਂ ਪਤਾ ਲੱਗ ਚੁੱਕਾ ਸੀ ਮਿੰਨੀ ਦੇ ਵਿਆਹ ਬਾਰੇ ਤੇ ਨਿੱਕੀ ਦੀ ਪੈਨਸ਼ਨ ਕੱਟ ਗਈ ਤੇ ਉਸਨੂੰ ਫਿਰ ਤੋਂ ਫੌਜ ਵੱਲੋਂ ਕੁਝ ਪੈਸੇ ਮਿਲ ਗਏ। ਫਿਰ ਇੱਕ ਦਿਨ ਨਿੱਕੀ ਦੇ ਬਾਪੂ ਜੀ ਬਿਮਾਰ ਹੋ ਗਏ। ਉਹਨਾਂ ਦੀ ਹਾਲਤ ਬਹੁਤ ਬੁਰੀ ਸੀ। ਜਦ ਨਿੱਕੀ ਨੂੰ ਪਤਾ ਲੱਗਾ ਤਾਂ ਉਹ ਜਾਣ ਲੱਗੀ ਤਾਂ ਉਸਦੇ ਪਤੀ ਨੇ ਕਿਹਾ ਕਿ ਅਗਰ ਉਸਨੇ ਆਪਣੇ ਬਾਪੂ ਜੀ ਦੀ ਖਬਰ ਲੈਣ ਜਾਣਾ ਤਾਂ ਉਹ ਮੁੜ ਘਰ ਨਾ ਆਵੇ ਤੇ ਉਸਨੇ ਫਿਰ ਉਸਨੂੰ ਫੜ ਕੁੱਟਿਆ। ਉਧਰ ਮਿੰਨੀ ਬੈਠੀ ਸਭ ਦੇਖ ਰਹੀ ਸੀ। ਨਿੱਕੀ ਨੇ ਉਸ ਵੱਲ ਦੇਖਿਆ ਤੇ ਸੋਚਿਆ ਕਿ ਇਹ ਆਪਣੇ ਬਾਪ ਦੀ ਜਗ੍ਹਾ ਇਹ ਕਿਉਂ ਨਹੀਂ ਮਰ ਗਈ, ਆਪਣੀ ਮਾਂ ਦੀ ਹੀ ਨਹੀਂ ਹੋ ਸਕੀ ਇਹ, ਫਿਰ ਹੋਰ ਆਪਣੇ ਦੂਜੇ ਬੱਚਿਆਂ ਤੋਂ ਕੀ ਆਸ ਰੱਖੇ। ਉਹ ਤਾਂ ਉਸੇ ਸੌਤੇਲੇ ਅੱਜ ਨਿੱਕੀ ਦੇ ਦਿਲ ਪਹਿਲੀ ਵਾਰ ਦੂਜੇ ਬੱਚਿਆਂ ਪ੍ਰਤੀ ਸੌਤੇਲੇ ਹੋਣ ਦਾ ਖਿਆਲ ਆਇਆ। ਨਿੱਕੀ ਚੁੱਪ ਕਰ ਇੱਕ ਕਮਰੇ ਵਿੱਚ ਜਾ ਅੰਦਰੋਂ ਕੁੰਡੀ ਲੈ ਰੋਣ ਲੱਗੀ। ਉਸਦੇ ਪਤੀ ਨੇ ਭੱਜ ਕੇ ਜਾ ਦਰਵਾਜ਼ਾ ਭੰਨਿਆ ਤੇ ਨਿੱਕੀ ਨੇ ਕਿਹਾ ਕਿ ਕੋਈ ਗੱਲ ਨਹੀਂ, ਉਹ ਮਰਨ ਨਹੀਂ ਲੱਗੀ। ਨਿੱਕੀ ਦਾ ਪਤੀ ਸੋਚ ਰਿਹਾ ਸੀ ਅਗਰ ਨਿੱਕੀ ਮਰ ਗਈ ਤਾਂ ਉਸਦੀ ਜਗ੍ਹਾ ਦਾ ਅਗਲਾ ਵਾਰਿਸ ਨਿੱਕੀ ਦੇ ਬਾਪੂ ਜੀ ਸਨ। ਉਸਦੇ ਪੈਸੇ ਸਭ ਉਸਦੇ ਬਾਪੂ ਜੀ ਨਾਮੇ ਚਲੇ ਜਾਣੇ ਸਨ। ਨਿੱਕੀ ਰੋਜ਼ ਆਪਣੇ ਬਾਪੂ ਜੀ ਦੀ ਖਬਰ ਫੋਨ ਕਰ ਹੀ ਲੈਂਦੀ ਰਹੀ। ਕੁਝ ਦਿਨ ਬੀਤੇ। ਹੁਣ ਨਿੱਕੀ ਇੱਕ ਕਮਰੇ ਵਿੱਚ ਹੀ ਕੈਦ ਰਹਿੰਦੀ। ਕਈ ਵਾਰ ਰਾਤ ਨੂੰ ਉਸਦਾ ਪਤੀ ਉਸਨੂੰ ਪਈ ਨੂੰ ਕੁੱਟਣ ਲੱਗ ਜਾਂਦਾ। ਫਿਰ ਇੱਕ ਦਿਨ ਨਿੱਕੀ ਨੂੰ ਫੋਨ ਆਇਆ ਕਿ ਉਸਦੇ ਬਾਪੂ ਜੀ ਦੀ ਮੌਤ ਹੋ ਗਈ। ਫਿਰ ਕੀ ਸੀ? ਹੁਣ ਨਿੱਕੀ ਨੇ ਬਿਨਾਂ ਆਪਣੇ ਪਤੀ ਨੂੰ ਪੁੱਛੇ ਦੱਸੇ ਇਕੱਲੀ ਚਲੇ ਗਈ। ਉਸਦੀ ਭਾਬੀ ਫਿਰ ਤਾਨੇ ਮਾਰੇ ਕਿ ਜਿਉਂਦੇ ਦੀ ਉਸਨੇ ਆਪਣੇ ਬਾਪੂ ਜੀ ਦੀ ਖਬਰ ਨਹੀਂ ਪੁੱਛੀ ਤੇ ਆ ਕੇ ਹੁਣ ਲੋਕ ਦਿਖਾਵਾ ਰੋਣ ਲੱਗ ਗਈ। ਨਿੱਕੀ ਚੁੱਪ ਕਰ ਸੁਣ ਰਹੀ ਸੀ ਕਿਉਂਕਿ ਆਪਣੀ ਭਾਬੀ ਦੇ ਕਹਿਣ ਤੋਂ ਵੱਧ ਦੁੱਖ ਉਸਨੂੰ ਆਪਣੇ ਬਾਪੂ ਦਾ ਸੀ ਤੇ ਗੁੱਸਾ ਆਪਣੇ ਆਪ ਤੇ ਸੀ ਕਿ ਉਸਨੇ ਆਪਣੇ ਬਾਪੂ ਦਾ ਜਿਉਂਦੇ ਚਿਹਰਾ ਤੱਕ ਨਹੀਂ ਦੇਖਿਆ ਤੇ ਉਸਨੂੰ ਪਾਣੀ ਦੀ ਘੁੱਟ ਤੱਕ ਨਹੀਂ ਦੇ ਸਕੀ। ਕੈਸੀ ਧੀ ਜੋ ਆਪਣੇ ਮਰਦੇ ਪਏ ਬਾਪ ਦੀ ਖਬਰ ਤੱਕ ਨਹੀਂ ਪੁੱਛ ਸਕੀ। ਕੀ ਕਰਨਾ ਉਸਨੇ ਐਸੀ ਜ਼ਿੰਦਗੀ ਦਾ। ਕੁਝ ਹੀ ਦਿਨਾਂ ਵਿੱਚ ਸਭ ਭੋਗ ਸਭ ਨਿਬੜ ਗਿਆ। ਨਿੱਕੀ ਦਾ ਛੋਟਾ ਭਰਾ ਵੀ ਬਾਹਰੋਂ ਆਇਆ ਸੀ। ਨਿੱਕੀ ਨੇ ਉਸਨੂੰ ਆਪਣਾ ਹਾਲ ਸੁਣਾਇਆ ਤਾਂ ਉਸਨੇ ਵੀ ਨਿੱਕੀ ਵਿੱਚ ਹੀ ਗਲਤੀ ਕਰ ਸਿੱਟੀ ਕਿ ਉਸਨੇ ਜਗ੍ਹਾ ਕੀ ਕਰਨੀ, ਕਰਾ ਦੇਵੇ ਆਪਣੇ ਪਤੀ ਨਾਮ। ਨਿੱਕੀ ਚੁੱਪਚਾਪ ਉੱਥੋਂ ਖਿਸਕ ਘਰ ਆ ਗਈ। ਘਰ ਆ ਕੇ ਆਪਣੇ ਸਾਰੇ ਬਦਲੇ ਰਿਸ਼ਤਿਆਂ ਬਾਰੇ ਸੋਚ ਰਹੀ ਸੀ, ਪਰ ਸਭ ਤੋਂ ਵੱਧ ਉਸਨੂੰ ਬਦਲੇ ਰਿਸ਼ਤੇ ਆਪਣੀ ਧੀ ਦਾ ਦੁੱਖ ਸੀ। ਆਖਿਰ ਕੀ ਕਮੀ ਰਹੀ ਉਸਦੀ ਪਰਵਰਿਸ਼ ਵਿੱਚ ਤੇ ਪਿਆਰ ਵਿੱਚ। ਉਧਰ ਉਸਦੀ ਛੋਟੀ ਭੈਣ ਦੇ ਘਰ ਇੱਕ ਦਿਨ ਟੀਵੀ ਤੇ ਨਿਊਜ਼ ਆ ਰਹੀਆਂ ਸਨ ਕਿ ਭਾਰਤ ਦੇ ਕੁਝ ਜਵਾਨ ਸ਼ਹੀਦ ਹੋ ਗਏ ਹਨ ਤਾਂ ਉਸਦੇ ਪਤੀ ਨੇ ਕਿਹਾ ਇਹ ਸੁਣ ਕੀ ਸ਼ਹੀਦ ਹੋਏ ਜਾਂ ਆਪਣੇ ਫਾਇਦੇ ਲਈ ਮਰਵਾ ਦਿੱਤੇ। ਸਰਕਾਰਾਂ ਮੰਤਰੀ ਸਭ ਦੂਜੇ ਨਾਲ ਮੇਲ ਮਿਲਾਪ ਰੱਖਦੇ ਤੇ ਬਾਰਡਰਾਂ ਤੇ ਸ਼ਹੀਦ ਹੁੰਦੇ ਆਮ ਲੋਕ ਗਰੀਬ ਜਨਤਾ ਆਪਣੇ ਵੀ ਤੇ ਦੂਜਿਆਂ ਦੇ ਵੀ। ਇਹਨਾਂ ਸੁਣ ਉਸਦੇ ਕੋਲ ਬੈਠੀ ਉਸਦੀ ਛੋਟੀ ਧੀ ਨੇ ਕਿਹਾ ਪਾਪਾ ਤੁਸੀਂ ਕਿਉਂ ਫੌਜ ਦੀ ਨੌਕਰੀ ਛੱਡ ਦਿੱਤੀ ਸੀ? ਇਸੇ ਕਰਕੇ ਕਿ ਆਪ ਮੰਤਰੀ ਦੂਜੇ ਦੇਸ਼ਾਂ ਨਾਲ ਰਹਿੰਦੇ, ਮਿਲ ਕੇ ਦੌਰੇ ਕਰਦੇ ਤੇ ਜਦੋਂ ਕੋਈ ਬਾਰਡਰ ਤੇ ਮਰਦਾ ਤਾਂ ਆਮ ਲੋਕ ਤੇ ਮੰਤਰੀਆਂ ਦੇ ਪੁੱਤ ਜਾਂ ਮੰਤਰੀ ਕਦੇ ਸ਼ਹੀਦ ਕਿਉਂ ਨਹੀਂ ਹੁੰਦੇ? ਕਿ ਇਹ ਸਭ ਵੱਡੇ ਲੋਕ ਆਪਸ ਵਿੱਚ ਮਿਲੇ ਹੁੰਦੇ? ਇਹਨਾਂ ਸੁਣ ਉਸਦੇ ਪਾਪਾ ਬਿਨਾਂ ਕੁਝ ਬੋਲੇ ਉੱਥੋਂ ਉੱਠ ਬਾਹਰ ਖਿਸਕ ਗਏ ਤੇ ਜਵਾਬ ਅਧੂਰਾ ਹੀ ਛੱਡ ਗਏ। ਇਹ ਸਵਾਲ ਅੱਜ ਤੱਕ ਸਵਾਲ ਹੀ ਰਿਹਾ ਤੇ ਆਪਣੇ ਪੁੱਤ ਨੂੰ ਵੀ ਫੌਜ ਵਿੱਚ ਭਰਤੀ ਹੋਣ ਲਈ ਪਤਾ ਨਹੀਂ ਕਿਸ ਗੱਲੋਂ ਜਵਾਬ ਦੇ ਦਿੱਤਾ। ਇਹ ਸਵਾਲ ਦਾ ਜਵਾਬ ਹਮੇਸ਼ਾ ਲਈ ਅਧੂਰਾ ਹੀ ਰਿਹਾ ਤੇ ਉਸਦੇ ਪਾਪਾ ਦੇ ਸੀਨੇ ਵਿੱਚ ਹੀ ਦਫਨ ਰਿਹਾ ਸੀ। ਉਸਦੇ ਨਾਲ ਆਏ ਸਾਥੀ ਇਸ ਵਕਤ ਪਾਗਲ ਹੋ ਚੁੱਕੇ ਸਨ। ਉਹਨਾਂ ਨੂੰ ਡਾਕਟਰਾਂ ਦੱਸਿਆ ਕੋਈ ਗਹਿਰਾ ਸਦਮਾ ਲੱਗਾ ਸੀ। ਅੱਗੇ ਨਿੱਕੀ ਹੁਣ ਦਿਨੋਂ ਦਿਨ ਅੱਧੀ ਹੋ ਚੁੱਕੀ ਸੀ। ਇੱਕ ਦਿਨ ਫਿਰ ਉਸਦੀ ਮਾਂ ਦੀ ਵੀ ਮੌਤ ਹੋ ਗਈ। ਹੁਣ ਉਸਦੀ ਭੈਣ ਹੀ ਇੱਕਮਾਤਰ ਸਹਾਰਾ ਸੀ, ਪਰ ਉਸਦੀ ਭੈਣ ਵੀ ਹੁਣ ਸ਼ੂਗਰ ਦੀ ਵਜ੍ਹਾ ਬਿਮਾਰ ਰਹਿਣ ਲੱਗੀ ਤੇ ਉਹ ਆਪਣੀ ਬਿਮਾਰੀ ਦੇ ਦੁੱਖ ਵਿੱਚ ਹੀ ਉਲਝ ਗਈ। ਨਿੱਕੀ ਦਾ ਹਰ ਪਾਸਿਓਂ ਇਕੱਲੀ ਰਹਿ ਗਈ। ਉਸਦਾ ਕੋਈ ਸਹਾਰਾ ਨਹੀਂ ਸੀ। ਉਸਦੇ ਸਭ ਪੈਸੇ ਕਮਾਈ ਮਿੰਨੀ ਥੋੜ੍ਹੇ ਥੋੜ੍ਹੇ ਕਰ ਉਸ ਤੋਂ ਖਿੱਚ ਲੈ ਗਈ ਸੀ। ਬਸ ਇਸ ਵਕਤ ਉਸ ਕੋਲ ਇੱਕ ਘਰ ਹੀ ਸੀ। ਉਸਨੇ ਇੱਕ ਦਿਨ ਘਰ ਵੀ ਆਪਣੇ ਪਤੀ ਨਾਮੇ ਕਰਵਾ ਦਿੱਤਾ। ਬਸ ਫਿਰ ਉਸ ਦਿਨ ਤੋਂ ਬਾਅਦ ਉਹ ਕਦੇ ਘਰੋਂ ਬਾਹਰ ਹੀ ਨਹੀਂ ਆਈ। ਮਹੀਨਾ ਭਰ ਅੰਦਰ ਹੀ ਰਹੀ। ਮਿੰਨੀ ਨੇ ਵੀ ਹੁਣ ਘਰ ਆਉਣਾ ਛੱਡ ਦਿੱਤਾ ਤੇ ਆਪਣੀ ਦੁਕਾਨ ਪਾ ਲਈ। ਉਸਦੇ ਬੱਚਿਆਂ ਬਾਕੀ ਵੀ ਉਸਨੂੰ ਬੁਲਾਉਣਾ ਛੱਡ ਆਪਣੇ ਕੰਮਾਂ ਪੜ੍ਹਾਈ ਵਿੱਚ ਬਿਜ਼ੀ ਹੋ ਗਏ। ਹੁਣ ਉਸਨੂੰ ਬਸ ਦਿਨ ਰਾਤ ਆਪਣੇ ਬਦਲੇ ਰਿਸ਼ਤਿਆਂ ਦਾ ਹੀ ਖਿਆਲ ਰਹਿੰਦਾ। ਫਿਰ ਅਖੀਰ ਉਸਨੇ ਖਾਣਾ ਪੀਣਾ ਵੀ ਛੱਡ ਦਿੱਤਾ
ਤੇ ਫਿਰ ਇੱਕ ਦਿਨ ਉਸ ਦੀ ਮੌਤ ਹੋ ਗਈ। ਉਸ ਦੇ ਪਤੀ ਧੀ ਮਿੰਨੀ ਨੇ ਲੋਕ ਦਿਖਾਵੇ ਉਸ ਦੀ ਮੌਤ ਦਾ ਬਹੁਤ ਦੁੱਖ ਮਨਾਇਆ ਕਿ ਉਹ ਇਕੱਲਿਆਂ ਛੱਡ ਉਹਨਾਂ ਨੂੰ ਚਲੀ ਗਈ। ਉਸ ਦੀਆਂ ਭੈਣਾਂ ਭਰਾ ਵੀ ਆਏ, ਬਸ ਭੋਗ ਤੱਕ ਫਿਰ ਉਹਨਾਂ ਵੀ ਉਸ ਦੇ ਮਤਲਬੀ ਰਿਸ਼ਤਿਆਂ ਤੋਂ ਨਾਤਾ ਤੋੜ ਲਿਆ। ਇੱਦਾਂ ਨਿੱਕੀ ਦੇ ਸੁਪਨੇ, ਚਾਅ ਅਧੂਰੇ ਤੇ ਮਰੇ ਬਦਲੇ, ਰਿਸ਼ਤੇ ਨਾਤੇ ਸਭ ਉਸ ਦੇ ਨਾਲ ਹੀ ਚਲੇ ਗਏ। ਉਸ ਦੀ ਮੌਤ ਇੱਕ ਜਾਂਦੇ ਜਾਂਦੇ ਸਵਾਲ ਛੱਡ ਗਈ ਕਿ ਨਿੱਕੀ ਦੀ ਮੌਤ ਹੋਈ ਜਾਂ ਕਤਲ। ਦੇਖਿਆ ਜਾਵੇ ਤਾਂ ਨਿੱਕੀ ਦਾ ਕਤਲ ਹੋਇਆ ਤੇ ਉਸ ਦਾ ਕਾਤਿਲ ਉਸ ਦੇ ਬਦਲੇ ਰਿਸ਼ਤੇ ਤੇ ਉਸ ਦੀ ਧੀ ਹੈ, ਜਿਸ ਨੇ ਆਪਣੀ ਮਾਂ ਨਾਲ ਦੁਸ਼ਮਣ ਵਾਂਗ ਵਿਵਹਾਰ ਕੀਤਾ। ਬਾਕੀ ਸਭ ਉਸ ਦੇ ਰਿਸ਼ਤੇ ਹੀ ਉਸ ਦੇ ਕਾਤਿਲ ਸਨ, ਪਰ ਲੋਕਾਂ ਦੀ ਨਜ਼ਰ ਵਿੱਚ ਉਸ ਦੀ ਮੌਤ ਹੋਈ ਸੀ। ਬਸ ਇਸੇ ਤਰ੍ਹਾਂ ਨਿੱਕੀ ਦੀ ਕਹਾਣੀ ਨਿੱਕੀ ਵਾਂਗ ਨਿੱਕੀ ਹੀ ਰਹਿ ਗਈ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੀ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।